ਮੋਹਾਲੀ ਦੇ ਸੈਕਟਰ 68 ਵਿਖੇ ਪੈਂਦੀ ਪੰਚਮ ਕੋਆਪਰੇਟਿਵ ਸੁਸਾਇਟੀ ਦੇ ਵਸਨੀਕ ਹਜੇ ਤੱਕ ਕਾਫੀ ਲੰਬੇ ਸਮੇਂ ਤੋਂ ਲੜ ਰਹੇ ਨੇ ਆਪਣੇ ਮਾਲਿਕਾਨਾ ਹੱਕ ਦੀ ਲੜਾਈ, ਜਿਸ ਦੇ ਚੱਲਦੇ ਹੋਏ ਅੱਜ ਸੁਸਾਇਟੀ ਦੇ ਵਸਨੀਕਾਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਅਤੇ ਕਿਹਾ ਗਿਆ ਕਿ ਗਮਾਡਾ ਇਸ ਗੱਲ 'ਤੇ ਧਿਆਨ ਦੇਵੇ ਕਿ ਜਿਨ੍ਹਾਂ ਵਸਨੀਕਾਂ ਵੱਲੋਂ ਫੁੱਲ ਪੇਮੈਂਟ ਕੀਤੀ ਗਈ ਹੈ ਉਹਨਾਂ ਨੂੰ ਤੰਗ ਨਾ ਕਰਦੇ ਹੋਏ ਜਿਹੜੇ ਵਸਨੀਕਾਂ ਵੱਲੋਂ ਫਲੈਟ ਦੀ ਪੇਮੈਂਟ ਪੂਰੀ ਨਹੀਂ ਕੀਤੀ ਗਈ ਹੈ ਉਹਨਾਂ ਕੋਲੋਂ ਬਕਾਇਆ ਰਾਸ਼ੀ ਲੈ ਕੇ ਸੁਸਾਇਟੀ ਦੇ ਸਾਰੇ ਵਸਨੀਕਾਂ ਦੀਆਂ ਮਾਲਕਾਨਾ ਹੱਕ ਮਿਲ ਸਕੇ ਤੇ ਸੁਸਾਇਟੀ ਗਮਾਡਾ ਦੀ ਡਿਫਾਲਟ लिस्ट तो बाहर निकल सके। अपना नाम बस। मैं अमरजीत और मैं एडवोकेट हूँ यहाँ पे और सोसाइटी में रहता हूँ। सोसाइटी सर एक पंचम कोऑपरेटिव सोसाइटी सर, पंचम कोऑपरेटिव हाउस बिल्डिंग सोसाइटी लिमिटेड। अच्छा जी, ये 24/10/1986 में बनी सी अंडर द पंजाब कोऑपरेटिव सोसाइटीज़ एक्ट। इस ज़्यादा बनी इसनों जमीन का अप्लाई किया 11/12/98 ਨੂੰ ਜ਼ਮੀਨ ਦੇ ਲਈ ਅਪਲਾਈ ਕੀਤਾ ਇਹਨਾਂ ਨੇ ਤੇ ਇਹਨਾਂ ਨੂੰ ਇਹ ਜ਼ਮੀਨ ਜਿਹੜੀ ਹੈਗੀ ਅਲਾਟ ਹੋਈ 7 ਕਰੋੜ 20 ਲੱਖ ਰੁਪਏ ਦੇ ਵਿੱਚ, ਤਕਰੀਬਨ 8 ਏਕੜ ਦਾ ਇਹਨਾਂ ਨੂੰ ਪਲਾਟ ਅਲਾਟ ਕੀਤਾ ਗਿਆ। ਠੀਕ ਹੈ ਜੀ, ਉਸ ਟਾਈਮ ਜਿਹੜਾ ਸੀਗਾ ਜਦ ਅਲਾਟਮੈਂਟ ਹੋਈ ਉਸ ਤੋਂ ਬਾਅਦ ਇਸ ਦੀ ਥੋੜੀ ਜਿਹੀ ਕੀਮਤ ਵਧਾ ਦਿੱਤੀ ਗਈ। ਇਹ ਜਿਹੜਾ ਹੈ ਵਧਣ ਤੋਂ ਬਾਅਦ ਇਹਨਾਂ ਨੇ ਜਿਹੜੀਆਂ 25% ਪਹਿਲਾਂ ਪੈਸਾ ਦੇ ਦਿੱਤਾ, ਬਾਕੀ ਦੀ ਜਿਹੜੀ ਰਿਮੇਨਿੰਗ ਪੇਮੈਂਟ ਸੀਗੀ ਉਹ ਉਹਨਾਂ ਨੇ ਇਕੁਅਲ ਇੰਸਟਾਲਮੈਂਟ ਦੇ 6 ਕਿਸ਼ਤਾਂ ਵਿੱਚ ਦੇਣੀਆਂ ਸੀਗੀਆਂ ਤੇ ਜ਼ਿਆਦਾ ਕਿਸ਼ਤਾਂ ਦੇਣੀਆਂ ਸੀ। ਉਸ ਟਾਈਮ ਇਹਨਾਂ ਨੇ ਕੱਢਿਆ ਵੀ ਤੁਹਾਡਾ ਫਲੈਟ ਦਾ ਪ੍ਰਾਈਸ ਕਿੰਨਾ ਹੋਣਾ ਚਾਹੀਦਾ ਹੈ। ਅਸੀਂ ਟੈਂਟੇਟਿਵਲੀ ਪ੍ਰਾਈਸ ਕੱਢ ਲਿਆ ਵੀ ਬਲਾਕ ਇਹਦਾ ਇੰਨਾ ਹੋਣਾ ਚਾਹੀਦਾ, ਬਲਾਕ ਬੀ ਦਾ ਇੰਨਾ ਹੋਣਾ ਚਾਹੀਦਾ, ਸੀ ਦਾ ਇੰਨਾ ਹੋਣਾ ਚਾਹੀਦਾ, ਡੀ ਦਾ ਹੋਣਾ ਚਾਹੀਦਾ। 5 ਕੈਟੇਗਰੀਜ਼ ਬਣ ਗਈਆਂ ਉਸ ਦੀਆਂ। ਉਹਦੇ ਵਿੱਚ ਅਸੀਂ ਇਹ ਲਗਾਇਆ ਕਿ ਜੇ ਅਸੀਂ ਕਿਸ਼ਤਾਂ ਇਨ ਟਾਈਮ ਦਿੰਦੇ ਹਾਂ ਤਾਂ ਉਹਦੀ ਕੀਮਤ ਇੰਨੀ ਹੈਗੀ, ਬਟ ਕਿਉਂਕਿ ਇਹ ਜਿਹੜੀ ਸੁਸਾਇਟੀ ਸੀ ਡਿਫਾਲਟ ਚਲੀ ਗਈ। ਜਿਹੜੀ ਪਹਿਲੀ ਪੇਮੈਂਟ ਸੀਗੀ ਉਹ 2006 ਦੇ ਵਿੱਚ ਹੀ ਗਈ। ਪਹਿਲੀ ਪੇਮੈਂਟ ਨੂੰ ਜਿਹੜਾ 3 ਸਾਲ ਦਾ ਸਾਡਾ ਡਿਫਾਲਟ ਹੋਇਆ, 3 ਸਾਲ ਦੀ ਜਿਹੜੀ ਰਕਮ ਬਣ ਗਈ ਸੀਗੀ ਇੰਟਰਸਟ ਦੇ ਬਾਰੇ ਕੀ ਉਹਨੂੰ ਅਸੀਂ ਆਪਣੇ ਪ੍ਰਿੰਸੀਪਲ ਦੇ ਵਿੱਚ ਐਡ ਕਰ ਲਿਆ। ਜੇ ਪ੍ਰਿੰਸੀਪਲ ਪਹਿਲਾਂ 10 ਲੱਖ ਸੀਗਾ ਉਹ ਐਡ ਹੋ ਕੇ ਤਕਰੀਬਨ 11 ਲੱਖ 11.5 ਲੱਖ ਹੋ ਗਿਆ। ਅਲਟੀਮੇਟਲੀ ਇਹ ਜਿਹੜੀ ਸੁਸਾਇਟੀ ਡਿਫਾਲਟ ਜਾਂਦੀ ਰਹੀ। ਉਹ 2013 ਦੇ ਵਿੱਚ ਗਮਾਡਾ ਨੇ ਸਾਨੂੰ ਨੋਟਿਸ ਦਿੱਤਾ ਜਾਂ ਤਾਂ ਤੁਸੀਂ 20 ਕਰੋੜ ਰੁਪਏ ਜਮ੍ਹਾਂ ਕਰਾਓ ਜਾਂ ਤੁਸੀਂ ਇਹਨੂੰ ਅਸੀਂ ਰਿਜ਼ਿਊਮ ਕਰ ਲਾਂਗੇ। ਜਦੋਂ ਨੋਟਿਸ ਆਇਆ ਤੇ ਕੁਝ ਮੈਂਬਰ 220 ਬੰਦੇ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨ ਚਲੇ ਗਏ। ਰਿਟ ਪਟੀਸ਼ਨ ਐਡਮਿਟ ਹੋ ਗਈ, ਜਿਹੜਾ ਅਸੀਂ ਸਟੇ ਆਫ ਡਿਸਪੋਜੀਸ਼ਨ ਹੋ ਗਿਆ। ਹਾਈ ਕੋਰਟ ਨੇ ਉਹ ਡਿਸਪੋਜੀਸ਼ਨ ਸਟੇ ਕਰ ਦਿੱਤਾ, ਬਟ ਉਹਦੇ ਵਿੱਚ ਜਿਹੜੇ ਹੈਗੇ ਸਟੇ ਇੰਟਰਸਟ ਬਾਰੇ ਜਾਂ ਪੇਮੈਂਟ ਬਾਰੇ ਕੋਈ ਨਹੀਂ ਕੀਤਾ। ਪੇਮੈਂਟ ਦਾ ਇੰਟਰਸਟ ਵਧਦਾ ਰਿਹਾ। ਅਲਟੀਮੇਟਲੀ ਹੁਣ ਜਦ 2013 ਤੋਂ ਬਾਅਦ ਉਹ ਰਿਟ 17 ਵਿੱਚ ਡਿਸਾਈਡ ਹੋ ਗਈ। ਜਦ ਰਿਟ ਡਿਸਾਈਡ ਹੋਈ, ਡਿਸਾਈਡ ਕੀਤਾ ਗਿਆ ਵੀ ਇਹਦੇ ਵਿੱਚ ਦੱਸਿਆ ਜਾਵੇ ਕਿਹੜੇ ਕਿਹੜੇ ਫਲੈਟ ਦਾ ਕਿੰਨਾ ਪੈਸਾ ਨਿਕਲਦਾ ਹੈਗਾ। ਉਹਦੀਆਂ ਇਨਕੁਆਇਰੀਆਂ ਬੈਠੀਆਂ। ਇਨਕੁਆਇਰੀਆਂ ਬੈਠਣ ਤੋਂ ਬਾਅਦ ਸਾਰੇ ਰਕਮ ਕੱਢੀ ਗਈ। 2020 ਦੇ ਵਿੱਚ ਆਰਸੀਐਸ ਨੇ ਇੱਕ ਨੋਟਿਸ ਕੱਢੇ ਜਿਹਦੇ ਵਿੱਚ ਹਰੇਕ ਇੰਡੀਵਿਜੂਅਲ ਫਲੈਟ ਓਨਰ ਨੂੰ ਦੱਸਿਆ ਕਿ ਤੁਹਾਡੇ ਫਲੈਟ ਦਾ ਇੰਨਾ ਪੈਸਾ ਬਕਾਇਆ ਹੈ। ਉਹ ਵੀ ਇਹਨਾਂ ਨੇ ਇੱਕ ਇਨ ਦੀ ਮੇਨ ਟਾਈਮ ਸਾਡੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਬਣ ਗਈ ਜਿਹਦਾ ਨਾਮ PRW ਹੈ। ਉਹਦੇ ਵਿੱਚ ਕੁਝ ਬੰਦੇ ਆ ਗਏ, ਉਹਨਾਂ ਨੇ ਵਿੱਚ ਪੰਗੇ ਪਾਣੇ ਸ਼ੁਰੂ ਕਰ ਦਿੱਤੇ ਤੇ ਉਹ ਜਾ ਕੇ ਰਜਿਸਟਰਾਰ ਦੇ ਕੋਲ ਜਿਹੜਾ ਨੇ ਨੋਟਿਸ ਕੱਢਿਆ ਸੀਗਾ ਉਹਨੂੰ ਸਟੇ ਕਰਵਾਇਆ। ਉਹ ਹਾਲੇ ਤੱਕ ਨੋਟਿਸ ਜਿਹੜਾ ਇਹ ਨਿਕਲ ਗਿਆ ਉਹ ਅਮਲ ਹੋਣ ਨਹੀਂ ਆਏ। ਇਨ ਦੀ ਮੇਨ ਟਾਈਮ ਹੁਣ ਗਮਾਡਾ ਨੇ ਇੱਕ ਹੋਰ ਸਕੀਮ ਕੱਢੀ ਕਿ ਜੇ ਤੁਸੀਂ ਇਹਦੇ ਵਿੱਚ ਵਨ ਟਾਈਮ ਸੈਟਲਮੈਂਟ ਕਰਨਾ ਚਾਹੁੰਦੇ ਹੋ, ਅਸੀਂ ਵਨ ਟਾਈਮ ਸੈਟਲਮੈਂਟ ਕਰਨ ਨੂੰ ਤਿਆਰ ਹਾਂ। ਜਿਹੜਾ ਤੁਹਾਡਾ ਪੈਸਾ ਇੰਨਾ ਬਣਦਾ ਹੈ, ਜੇ ਉਹ ਤੁਸੀਂ 15 ਕਰੋੜ 40 ਲੱਖ ਰੁਪਏ ਦਿੰਦੇ ਹੋ, 14 ਕਰੋੜ 40 ਲੱਖ ਰੁਪਏ ਦਿੰਦੇ ਹੋ ਤਾਂ ਅਸੀਂ ਤੁਹਾਡੀ ਇਹ ਰਿਸਟੋਰ ਕਰਨ ਨੂੰ ਤਿਆਰ। ਜੇ ਅਸੀਂ ਹੁਣ 14 ਕਰੋੜ 40 ਲੱਖ ਰੁਪਏ ਬਣਦਾ ਦੇ ਦਈਏ, ਸਾਡੀ ਸੁਸਾਇਟੀ ਫ੍ਰੀ ਹੋ ਜਾਂਦੀ ਹੈ ਤੇ ਸਾਡੇ ਜਿਹੜੇ ਫਲੈਟਸ ਹੈ ਸਾਡੇ ਨਾਮ ਤੇ ਤਬਦੀਲ ਹੋ ਜਾਂਦੇ ਹੈ, ਸਾਨੂੰ ਲੋਨ ਮਿਲਣਾ ਸ਼ੁਰੂ ਹੋ ਜਾਂਦਾ ਹੈ। ਇਹਦੀ ਮੇਨ ਟਾਈਮ ਜੇ 14 ਕਰੋੜ 40 ਲੱਖ ਰੁਪਏ ਦਾ ਇਹ ਆਇਆ, ਜਿਹੜੇ ਪਰਵਾ ਵਾਲੇ ਹੈ ਇਹ ਚਲੇ ਗਏ ਗਮਾਡਾ ਦੇ ਵਿੱਚ। ਇਹਨਾਂ ਨੇ ਜਾ ਕੇ ਆਪਣੇ ਜ਼ੋਰ ਪਵਾਇਆ। ਜ਼ੋਰ ਪਾਉਣ ਤੋਂ ਬਾਅਦ ਇਹਨਾਂ ਨੇ ਇੱਕ ਸਕੀਮ ਕਢਾ ਲਈ ਕਿ ਅਸੀਂ ਪ੍ਰੋ ਰੇਟਾ ਬੇਸਿਸ ਤੇ ਇਹ ਪੈਸਾ ਦੇਣ ਨੂੰ ਤਿਆਰ ਹਾਂ। ਹੁਣ ਪ੍ਰੋ ਰੇਟਾ ਬੇਸਿਸ ਹੈ ਕੀ ਚੀਜ਼? ਪ੍ਰੋ ਰੇਟਾ ਬੇਸਿਸ ਹੈ ਕੀ ਚੀਜ਼? ਪ੍ਰੋ ਰੇਟਾ ਬੇਸਿਸ ਇਹ ਹੈ ਸਰ, ਜਿਸ ਤਰ੍ਹਾਂ ਇੱਕ ਬੰਦੇ ਦਾ ਇੱਕ ਫਲੈਟ ਹੈ, ਸਪੋਜ਼ ਤਰ੍ਹਾਂ ਇੱਕ ਕੈਟੇਗਰੀ ਦਾ ਹੈ, ਉਹਦੇ ਵਿੱਚ ਉਹਦੀ ਕੀਮਤ 11 ਲੱਖ ਰੁਪਏ ਹੈਗੀ ਤੇ ਅਸੀਂ ਦੇਣਾ ਹੁਣ 15 ਕਰੋੜ 40 ਲੱਖ ਰੁਪਏ। ਜਿਹੜਾ ਬੈਲੈਂਸ ਹੈ ਉਹ ਸੁਸਾਇਟੀ ਦਾ ਉਹ ਵਾਲੇ ਫਲੈਟ ਦਾ ਕਿੰਨਾ ਹੋਏਗਾ? ਤਕਰੀਬਨ ਉਹ ਜਿਹੜਾ ਵੱਡਾ ਫਲੈਟ ਹੈ ਉਹਦਾ 3.5 ਕਰੋੜ ਜਿਹੜਾ ਹੈ, 4.5 ਲੱਖ ਰੁਪਏ ਹੁੰਦਾ ਹੈ। ਠੀਕ ਹੈ, ਜੇ ਅਸੀਂ ਉਹ ਵਾਲਾ ਪੇਮੈਂਟ ਦਿੰਦੇ ਹਾਂ ਉਹ ਕਹਿੰਦੇ ਤਾਂ ਇੱਕ ਸੁਸਾਇਟੀ ਕਲੀਅਰ ਹੋ ਜਾਂਦੀ ਹੈ। ਅਸੀਂ ਕੀ ਕਹਿੰਦੇ ਹਾਂ, ਜਿਹੜਾ ਪ੍ਰੋ ਰੇਟਾ ਬੇਸਿਸ ਹੈ ਐਪਲੀਕੇਬਲ ਨਹੀਂ ਹੈ। ਕਿਉਂ ਐਪਲੀਕੇਬਲ ਨਹੀਂ ਹੈ? ਬਿਕੋਜ਼ ਜਿਹੜੀ ਸੁਸਾਇਟੀ ਨੂੰ ਲੈਂਡ ਮਿਲੀ ਸੀਗੀ ਉਹ ਮਿਲੀ ਸੀਗੀ ਸੁਸਾਇਟੀ ਨੂੰ ਗਮਾਡਾ ਵੱਲੋਂ, ਤੇ ਸਾਡੀ ਜਿਹੜੀ ਸੁਸਾਇਟੀ ਕੋਆਪਰੇਟਿਵ ਸੁਸਾਇਟੀ ਹੈ, ਜਿਹੜੀ ਸੁਸਾਇਟੀ ਲੈਂਡ ਰਿਜ਼ਿਊਮ ਹੋਈ ਉਹ ਸੁਸਾਇਟੀ ਦੀ ਹੋਈ, ਕੋਆਪਰੇਟਿਵ ਸੁਸਾਇਟੀ ਦੀ ਹੋਈ। ਜੇ ਰਿਜ਼ਿਊਮ ਹੋਏਗੀ ਉਹ ਕੋਆਪਰੇਟਿਵ ਸੁਸਾਇਟੀ ਦੀ ਰਿਜ਼ਿਊਮ ਹੋਏਗੀ, ਉਹ ਇੰਡੀਵਿਜੂਅਲ ਦੀ ਨਹੀਂ ਹੋਏਗੀ। ਜਿੰਨੀ ਦੇਰ ਤੱਕ ਕੋਆਪਰੇਟਿਵ ਸੁਸਾਇਟੀ ਦੀ ਲੈਂਡ ਰਿਜ਼ਿਊਮ ਨਹੀਂ ਹੋ ਜਾਂਦੀ, ਇੰਡੀਵਿਜੂਅਲ ਨੂੰ ਕੁਝ ਵੀ ਉਸ ਦਾ ਬੈਨੀਫਿਟ ਨਹੀਂ ਮਿਲੇਗਾ। ਸੈਕੰਡਲੀ
ਜਿਹੜੇ ਅਸੀਂ ਪ੍ਰੋ ਰੇਟਾ ਬੇਸਿਸ ਤੇ ਅਸੀਂ ਮੰਨ ਵੀ ਲਈਏ ਜੇ ਅਸੀਂ ਪੈਸਾ ਦੇਣਾ ਹੈ, ਇੱਕ ਜਿਹੜਾ ਬੰਦਾ ਹੈਗਾ ਇਹਦੇ ਵਿੱਚ 2-3 ਕੈਟਾਗਰੀਆਂ ਹੈਗੀਆਂ। ਇੱਕ ਤਾਂ ਓਰੀਜਨਲ ਆਰਟਿਸਟ ਹੈਗੇ, ਇੱਕ ਹੈਗੇ ਜਿਨ੍ਹਾਂ ਨੇ ਰੀਸੇਲ ਦੇ ਵਿੱਚ ਖਰੀਦੇ ਹੈ। ਜਿਹੜੇ ਬੰਦਿਆਂ ਨੇ ਰੀਸੇਲ ਦੇ ਵਿੱਚ ਖਰੀਦੇ ਹੈ, ਸਪੋਜ਼ ਕੀਤਾ ਉਹਨੇ 2013 ਦੇ ਵਿੱਚ 2014 ਜਾਂ 2016 ਚ ਖਰੀਦਿਆ, ਉਸ ਨੇ ਜਦ ਖਰੀਦਿਆ ਸੀਗਾ ਉਹਨੇ ਜਿੰਨਾ ਪੈਸਾ ਬਣਦਾ ਸੀਗਾ ਉਹਨਾਂ ਪੈਸਾ ਦਿੱਤਾ, ਪਲੱਸ ਜਿੰਨਾ ਇੰਟਰਸਟ ਐਂਡ ਕਾਸਟ ਲੈਂਡ ਕਾਸਟ ਬਣਦੀ ਸੀ ਉਹ ਨਹੀਂ ਦਿੱਤੀ ਗਈ। ਉਸ ਇੱਕ ਬੰਦੇ ਨੇ 15 ਲੱਖ ਰੁਪਇਆ ਦਿੱਤਾ ਹੋਇਆ ਹੈਗਾ ਐਜ਼ ਅਗੇਂਸਟ 10 ਲੱਖ ਰੁਪਇਆ। ਜੇ 15 ਲੱਖ ਰੁਪਏ ਪਹਿਲਾਂ ਦਿੱਤਾ ਹੋਇਆ ਤੇ 3 ਲੱਖ ਰੁਪਏ ਹੋਰ ਦੇਵੇ, ਉਸ ਨੂੰ 18 ਲੱਖ ਦਾ ਪੈ ਜਾਂਦਾ ਹੈ। ਜਦਕਿ ਵੇਰਸ ਜਿਹੜੇ ਦੂਜੇ ਬੰਦੇ ਆ ਉਹਨਾਂ ਨੇ 8-8 ਲੱਖ ਦਿੱਤਾ ਹੈ, ਉਹ 3 ਲੱਖ ਦੇ ਕੇ 11 ਲੱਖ ਚ ਮਜ਼ੇ ਕਰ ਦਿੰਦੇ ਹੈ। ਮੇਰਾ ਇਹ ਕਹਿਣਾ ਹੈ ਜੇ ਪੈਸਾ 14 ਕਰੋੜ 40 ਲੱਖ ਰੁਪਏ ਬਣਦਾ ਹੈ, ਜਿਹੜੇ ਡਿਫਾਲਟਰਸ ਹੈ ਬੰਦੇ ਜਿਨ੍ਹਾਂ ਨੇ ਪੈਸਾ ਨਹੀਂ ਦਿੱਤਾ, ਮੇਰੇ ਕੋਲ ਡਿਫਾਲਟਰਸ ਦੀ ਲਿਸਟ ਹੈ, ਜੇ ਆਪਾਂ ਉਸ ਲਿਸਟ ਦੇ ਹਿਸਾਬ ਨਾਲ ਹੀ ਪੂਰਾ ਕਰ ਲਈਏ ਤਾਂ 12 ਕਰੋੜ 40 ਲੱਖ ਰੁਪਏ ਆ ਜਾਂਦਾ। 12 ਕਰੋੜ 40 ਲੱਖ ਇਹ ਹੋ ਗਿਆ, 2.5 ਕਰੋੜ ਰੁਪਏ ਸੋਸਾਇਟੀ ਦੇ ਕੋਲ ਪਿਆ ਹੈਗਾ। ਜੇ ਅਸੀਂ ਦੋਨਾਂ ਨੂੰ ਜਮ੍ਹਾਂ ਕਰ ਦਈਏ ਅਸੀਂ ਸਾਡੀ ਸੋਸਾਇਟੀ ਫ੍ਰੀ ਹੋ ਜਾਂਦੀ ਹੈ। ਪ੍ਰੋ ਰਾਟਾ ਦੇ ਕੋਈ ਵੇਸ ਨਹੀਂ ਆਉਂਦਾ। ਜੇ ਆਪਾਂ ਡਿਫਾਲਟਰਸ ਤੋਂ ਪੈਸਾ ਲੈ ਲੈਂਦੇ ਆ ਤੇ ਤਾਂ ਵੀ ਇਹ ਪੈਸਾ ਪੂਰਾ ਹੋ ਜਾਂਦਾ। ਜਿਸ ਰੇਸ਼ੋ ਨਾਲ ਉਹਨਾਂ ਨੇ ਜਿਹੜੇ ਹੈਗੇ ਬੰਦੇ ਜਿਨ੍ਹਾਂ ਨੇ ਰੀਸੇਲ ਚਲਤਾ ਹੈ, ਉਸ ਰੇਸ਼ੋ ਨਾਲ ਇਹ ਪੈਸਾ ਦਿੱਤਾ ਹੈ। ਦਿੱਕਤ ਕਿੱਥੇ ਆ ਰਹੀ ਹੈ? ਦਿੱਕਤ ਕੀ ਆ ਰਹੀ ਹੈ? ਦਿੱਕਤ ਇਹ ਪੋਲੀਟੀਸ਼ੀਅਨਸ ਹੈ ਜੀ, ਇਹ ਪੋਲੀਟੀਕਲੀ ਇਹ ਬੜੇ ਸਟਰੋਂਗ ਹੈ। ਉਹਨਾਂ ਨੇ ਜਾ ਕੇ ਆਪਣੇ ਉੱਪਰੋਂ ਦਬਾਅ ਪਾਉਂਦੇ ਹੈ, ਪਾ ਕੇ ਆਰਡਰ ਲੈ ਲੈਂਦੇ ਹੈ। ਹੁਣ ਵੀ ਆਮ ਆਦਮੀ ਪਾਰਟੀ ਦੀ ਤੇ ਉਹ ਕਹਿੰਦੇ ਆਮ ਬੰਦੇ ਚੱਲਦੇ ਆ ਸਰ ਏਦਾਂ ਹੁਣ ਮੈਂ ਕੀ ਕਹਾਂ ਇਹਦੇ ਵਿੱਚ, ਜਿਹੜੇ ਬਲਬੀਰ ਸਿੰਘ ਜੀ ਆ ਹੁਣ ਆਮ ਆਦਮੀ ਨੂੰ ਜਾ ਕੇ ਸਿੱਧੂ ਸਾਹਿਬ ਠੀਕ ਹੈ ਮੈਂ ਕਹਿੰਦਾ ਉਹ ਆ ਕੇ ਫਿਰ ਜਿਹੜਾ 15 ਕਰੋੜ ਗਮਾਡਾ ਨੇ ਫੀਸ ਪੈ ਕੀਤੀ 14 ਕਰੋੜ 40 ਲੱਖ ਉਹਦੇ ਤੇ ਤੁਹਾਡੇ ਸੁਸਾਇਟੀ ਮੈਂਬਰ ਸਾਰੇ ਐਗਰੀ ਹੋਏ? ਨਹੀਂ ਅਸੀਂ ਐਗਰੀ ਨਹੀਂ ਕਰਦੇ, ਅਸੀਂ 330 ਬੰਦੇ ਆਉਂਦੇ ਉੱਥੇ। ਅਮਾਉਂਟ ਵੀ ਐਗਰੀ ਨਹੀਂ ਅਸੀਂ ਐਗਰੀ ਦੇ ਅਮਾਉਂਟ ਅਸੀਂ ਅਮਾਉਂਟ ਚ ਐਗਰੀ ਹਾਂ, ਪਰ ਅਸੀਂ ਇਹ ਨਹੀਂ ਚਾਹੁੰਦੇ ਕਿ ਪ੍ਰੋ ਰਾਟਾ ਪ੍ਰੋ ਰਾਟਾ ਬੇਸ ਤੇ ਤਿਆਰ ਨਹੀਂ ਹੈ। 300 ਬੰਦੇ ਉਹ ਹੈ ਜਿਨ੍ਹਾਂ ਨੇ ਪੈਸਾ ਭਰਿਆ ਹੋਇਆ ਹੈ। ਅੱਛਾ ਉਹ ਕਿਉਂ ਭਰਨਗੇ? ਉਹ ਡਿਫਾਲਟਰ ਦਾ ਪੈਸਾ ਕਿਉਂ ਭਰਨਗੇ? ਤੇ ਜਿਹੜੇ ਡਿਫਾਲਟਰ ਸੀ ਉਹਨਾਂ ਨਾਲ ਰਾਬਤਾ ਕੀਤਾ ਉਹ ਕਹਿੰਦੇ ਉਹ ਤਾਂ ਸਾਡੀ ਗੱਲ ਹੀ ਨਹੀਂ ਸੁਣਦੇ। ਉਹ ਹੱਲ ਇਹਦਾ ਹੀ ਹੈ ਜਾਂ ਤਾਂ ਕੰਪੀਟੈਂਟ ਅਥਾਰਟੀ ਹੋਲਡ ਦੇਖੋ ਜੀ ਇਹ ਲੈਂਡ ਰਿਸਟੋਰ ਹੋਏਗੀ ਉਹ ਸੁਸਾਇਟੀ ਦੀ ਹੋਏਗੀ ਕਿ ਸੁਸਾਇਟੀ ਆਰਸੀ ਉਹਨਾਂ ਨੂੰ ਰਿਸਟੋਰ ਕਰੇ। ਆਰਸੀ ਅਸੀਂ ਅੱਗੇ ਇੰਡੀਵਿਜੂਅਲ ਨੋਟਿਸ ਕੱਢੇ ਕਿਹੜੇ ਬੰਦੇ ਨੇ ਕਿੰਨਾ ਪੈਸਾ ਦੇਣਾ। ਦਿਸ ਇਜ਼ ਦੀ ਓਨਲੀ ਸੋਲੂਸ਼ਨ। ਉਹ ਤੁਸੀਂ ਕਹਿ ਰਹੇ ਕਿ ਅਗਲੇ ਬੰਦੇ ਦਾ ਹੱਥ ਪੱਲਾ ਨਹੀਂ ਬਣਾ ਰਹੇ, ਉਹਨਾਂ ਨੇ ਇੱਕ ਵਾਰ ਜਿਵੇਂ ਪਹਿਲਾਂ ਕੱਢਿਆ ਸੀਗਾ ਉਹਨਾਂ ਨੇ ਸਟੇ ਕਰਵਾ ਲਿੱਤੀ, ਠੀਕ ਹੈ। ਇਹ ਕੰਮ ਨਾ ਹੋਏ, ਇਹਨਾਂ ਤੇ ਪ੍ਰੈਸ਼ਰ ਪਿਆ ਜਿਹੇ ਆਰਸੀਐਸ ਨੂੰ ਕੱਢੇ ਕਿ ਗਮਾਡਾ ਦਾ 14 ਕਰੋੜ 40 ਲੱਖ ਰੁਪਏ ਕਿੱਦਾਂ ਕੱਢਾ। ਮੇਰੇ ਕੋਲ ਲਿਸਟ ਹੈ ਡਿਫਾਲਟਰ ਦੀ, ਆਪਾਂ ਡਿਫਾਲਟਰ ਲਿਸਟ ਦੀ ਹੈ 12 ਕਰੋੜ 40 ਲੱਖ ਰੁਪਏ ਕੱਢ ਤੇ ਕਾਨੂੰਨ ਦੇ ਮੁਤਾਬਿਕ ਆਰਸੀਐਸ ਆਰਬੀ ਹੈ ਆਰਸੀਐਸ ਕਾਨੂੰਨ ਦੇ ਵਿੱਚ ਆਉਂਦਾ ਕਿਉਂਕਿ ਆਰਸੀਐਸ ਇਸ ਦਾ ਮਾਲਕ ਹੈ। ਆਰਸੀਐਸ ਦਾ ਮਾਲਕ ਹੈ ਪਰ ਕੰਪੀਟੈਂਟ ਅਥਾਰਟੀ ਹੈ। ਜਿੰਨੀ ਵੀ ਕੋਆਪਰੇਟਿਵ ਸੁਸਾਇਟੀਆਂ ਹੁੰਦੀਆਂ ਉਹਦਾ ਜਿਹੜਾ ਮਾਲਕ ਹੈ ਉਹ ਆਰਸੀਐਸ ਹੀ ਹੁੰਦਾ ਹੈ। ਆਰਸੀਐਸ ਦੇ ਗੱਲ ਜਾਂਦਾ ਤੇ ਨਹੀਂ ਚੱਲਦਾ। ਕੋਰਟ ਦੇ ਵਿੱਚ ਜਿਹੜਾ ਮਾਮਲਾ ਪੈਂਡਿੰਗ ਹੈ ਇਹ ਕੀ ਹੈ? ਨਹੀਂ ਕੋਰਟ ਦੇ ਵਿੱਚੋਂ ਡਿਸਾਈਡ ਹੋ ਗਿਆ। ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਸੀ 2017 ਦੇ ਵਿੱਚ ਰਿਟੀਸ਼ਨ ਡਿਸਾਈਡ ਹੋ ਗਈ ਸੀਗੀ। ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਬੰਦੇ ਡਿਫਾਲਟਰ ਹੈ ਉਹਨਾਂ ਦੀ ਕੱਢੀ ਜਾਵੇ ਤੇ ਆਰਸੀਐਸ ਨੇ ਉਹ ਨੋਟਿਸ ਕੱਢੇ, ਉਹਨਾਂ ਨੂੰ ਇਹਨਾਂ ਨੇ ਸਟੇ ਕੋਰਟ ਚੋਂ ਸਟੇ ਨਹੀਂ ਹੋਈ, ਪ੍ਰੈਸ਼ਰ ਪਾ ਕੇ ਉਹਨਾਂ ਨੇ ਸਟੇ ਕਰਵਾ ਲਿਆ ਆਰਸੀਐਸ ਨੇ। ਤੇ ਆਰਸੀਐਸ ਆਪਣਾ ਰੋਲ ਕਿਉਂ ਨਹੀਂ ਕਰ ਰਿਹਾ ਸਰ? ਜੇ ਉਹਨੂੰ ਅੱਗੇ ਆਉਣਾ ਚਾਹੀਦਾ ਉਹ ਕਿਉਂ ਕਰ ਰਿਹਾ? ਸਾਰੇ ਕਰਨਾ ਚਾਹੀਦਾ ਹੈ। ਅਸੀਂ ਉਹਨਾਂ ਨੂੰ ਲਿਖ ਕੇ ਥੱਕੇ, ਅਸੀਂ ਉਹਨਾਂ ਨੂੰ ਕਿੰਨੀ ਵਾਰ ਅਸੀਂ ਉਹਨਾਂ ਨੂੰ ਦਿੱਤੇ ਹੈ ਰਿਪਰੈਜ਼ੈਂਟੇਸ਼ਨ ਦਿੱਤੀਆਂ ਹੈਗੀਆਂ। ਪੋਲੀਟੀਕਲ ਪ੍ਰੈਸ਼ਰ ਹੈ, ਪੋਲੀਟੀਕਲ ਇਹਦੇ ਚ ਉਹ ਇਨਵੋਲਵਮੈਂਟ ਪੋਲੀਟੀਕਲ ਸਾਡੇ ਸਮਝਤਾ ਜੀ ਆ ਰਹੀ ਹੈ। ਫਲੈਟ ਹੈ ਉਹਦਾ 3,60,000 ਦੇ ਕਰੀਬ ਬਣਦਾ ਹੈ ਉਹਨਾਂ ਦੇ ਅਕਾਊਂਟ, ਠੀਕ ਹੈ ਜੀ। ਵੀ ਇਦਾਂ ਸਾਡਾ ਪੈਸਾ ਪੂਰਾ ਹੋ ਜਾਂਦਾ ਪ੍ਰੋ ਰਾਟਾ ਬੇਸ ਤੇ। ਜਦੋਂ ਕਿ ਮੈਂ 12 ਲੱਖ ਪਹਿਲਾਂ ਹੀ ਦੇ ਚੁੱਕਿਆ, 3 ਹੋਰ ਭਰ ਕੇ ਮੇਰਾ 15 ਹੋ ਜਾਊਗਾ। ਇੱਕ ਬੰਦੇ ਦਾ ਜੋ ਮੇਰੀ ਅਸਲ ਕੀਮਤ ਹੈ 880 ਹੈ ਸੀ ਬਲਾਕ ਦੀ ਟੌਪ ਫਲੋਰ ਦੀ। 880 ਵਾਲਾ ਹੁਣ 880 ਵਾਲਾ ਇੱਕ ਨੂੰ 11 ਦਾ ਪਊਗਾ, ਮੈਨੂੰ 15 ਦਾ ਪਊਗਾ। ਕਿਉਂ ਮੈਂ ਕਿਉਂ ਭਰਾ? ਵੀ ਮੈਂ 2005 ਚ ਉਦੋਂ ਖਰੀਦਿਆ ਸੀ, ਸਾਰੇ ਪੈਸੇ ਭਰ ਕੇ ਖਰੀਦਿਆ ਸੀ, ਮੈਂ ਕਿਉਂ ਭਰਾਂ ਪੈਸੇ ਜੋ ਸੁਸਾਇਟੀ ਡਿਫਾਲਟਰ ਹੈ, ਸੁਸਾਇਟੀ ਪੈਸੇ ਭਰੇ, ਸੁਸਾਇਟੀ ਇੰਡੀਵਿਜੂਅਲ ਤੋਂ ਲਵੇ, ਕਿੰਨਾ ਪੈਸਾ ਕਿਹਦੇ ਤੋਂ ਲੈਣਾ ਇਹ ਸੁਸਾਇਟੀ ਤੈਅ ਕਰੇ। ਕੋਆਪਰੇਟਿਵ ਸੁਸਾਇਟੀ ਜੋ ਰਜਿਸਟਰਾਰ, ਕੋਆਪਰੇਟਿਵ ਸੁਸਾਇਟੀ ਦੇ ਜਿਹੜੇ ਰਜਿਸਟਰਾਰ ਸਾਡੇ ਤੇ ਇਹਦੇ ਤੇ ਏਆਰ ਲਾਏ ਹੋਏ ਨੇ, ਮੈਨੇਜਮੈਂਟ ਕਮੇਟੀ ਜੋ ਮੈਨੇਜ ਕਰਦੇ ਨੇ, ਉਹ ਤੈਅ ਕਰਨ ਕਿ ਬਈ ਕਿਹੜੇ ਫਲੈਟ ਦਾ ਕਿੰਨਾ ਪੈਸਾ ਅਸੀਂ ਲੈਣਾ, ਤਾਂ 15 ਕਰੋੜ ਜਿਹੜਾ 14 ਕਰੋੜ 40 ਲੱਖ ਪੂਰਾ ਹੋ ਜਾਂਦਾ ਹੈ। ਤੇ ਪ੍ਰੋ ਰਾਟਾ ਬੇਸ 'ਚ ਕੀ ਆ, ਉਹਨਾਂ ਬੰਦਿਆਂ ਨੂੰ ਫਾਇਦਾ ਹੈ ਜਿਹੜੇ 4-5 ਬੰਦੇ ਜਾਂ ਜਿੰਨੇ ਵੀ ਹੈਗੇ ਆ ਬੰਦੇ, 100 ਬੰਦੇ ਲਾ ਲਓ 448 ਚੋਂ, ਜਿਨ੍ਹਾਂ ਨੇ ਆਪਣੇ ਫਲੈਟ ਦੀ ਕੀਮਤ 1270 ਹੈ ਤੇ ਉਹਨਾਂ ਨੇ 8, ਕਿਸੇ ਨੇ 9, ਕਿਸੇ ਨੇ 10 ਇਦਾਂ ਭਰਿਆ। ਉਹਨਾਂ ਨੂੰ ਜਿਹਨੇ 8 ਭਰਿਆ ਉਹਨੂੰ 11 'ਚ ਪੈ ਜਾਣਾ। ਹੁਣ ਜਿਹਨੇ 12-13 ਜਿਹਨੇ ਖਰੀਦਿਆ ਰੀਸੈਂਟਲੀ, ਉਦੋਂ ਬਾਅਦ ਕਿਸੇ ਨੇ ਪਰਚੇਜ ਕਰਿਆ, ਉਹ ਸਾਰੇ ਪੈਸੇ ਉਹ ਭਰ ਚੁੱਕਿਆ ਇੰਟਰਸਟ ਔਰ ਉਹਦੇ ਲਾ ਕੇ, ਉਹ 12-13 ਪੂਰੇ ਭਰ ਚੁੱਕਿਆ ਜਾਂ 15, ਕਿਸੇ ਨੇ 14, ਅਲੱਗ-ਅਲੱਗ ਨੇ। ਫਲੈਟ ਵਾਈਜ਼ ਵੀ ਕੀਮਤ ਉਹ ਨਹੀਂ ਹੈਗੀ। ਸਾਡਾ ਮੰਨਣਾ ਇਹੀ ਆ ਵੀ ਜਿਹੜੀ ਕੀਮਤ ਤੈਅ ਆ
ਫਲੋਰ ਵਾਈਜ਼, ਜਿਵੇਂ ਅਸੀਂ ਆਪਾਂ ਹੁਣ ਸੈਕੰਡ ਫਲੋਰ ਤੇ ਬੈਠੇ ਆ ਇਸ ਬਲਾਕ ਤੇ, ਇਹ ਸੈਕੰਡ ਫਲੋਰ ਦੀ ਜਿੰਨੇ ਦੀ ਵੀ ਆ ਕੀਮਤ ਇੱਕ ਬਰਾਬਰ ਹੋਣੀ ਚਾਹੀਦੀ ਆ, ਨਾ ਕਿ ਪ੍ਰੋ ਰਾਟਾ ਬੇਸ ਤੇ। ਹੁਣ ਮੇਰੇ ਗੁਆਂਢੀ ਨੇ ਤਾਂ ਭਰਿਆ 8 ਲੱਖ, ਮੇਰੇ ਕੋਲ ਉਹੀ ਫਲੈਟ 15 ਚ ਪੈ ਰਿਹਾ। ਇਹ ਡਿਸਪੈਰਿਟੀ ਨਹੀਂ ਹੋਣੀ ਚਾਹੀਦੀ, ਬਸ ਮਸਲਾ ਇਹ ਜੀ। ਸਾਡੇ ਕੋਲ ਲਾਸਟ ਕੋਰਟ ਹੈ ਜੀ, ਲਾਸਟ ਜਿਹੜਾ ਰਸਤਾ ਅਸੀਂ ਲੀਗਲ ਨੋਟਿਸ ਦਿੱਤੇ, ਅਸੀਂ ਗਮਾਡਾ ਨੂੰ ਲੀਗਲ ਨੋਟਿਸ ਦਿੱਤਾ, ਆਰਸੀਐਸ ਨੂੰ ਵੀ ਲੀਗਲ ਨੋਟਿਸ ਦਿੱਤਾ। ਪਾਰਟੀ ਕਿਹਨੇ ਤੇ ਬਣਾ ਰਹੇ ਹੋ? ਜੇ ਅਸੀਂ ਰਿਟ ਚ ਜਾਂਦੇ ਆ, ਇਹਦੇ ਵਿੱਚ ਪਾਰਟੀ ਬਣੇਗੀ, ਗਮਾਡਾ ਬਣੇਗੀ, ਇੱਕ ਆਰਸੀਐਸ ਬਣੇਗਾ, ਇੱਕ ਆਪਣੀ सोसाइटी बनेगी, एक परवा बनेगी, 4 पार्टी है बन गया। बाकी मुलाकात नहीं होनी चाहिए, मिले नहीं, मिल के आए हैं, ਅਸੀਂ ਰਿਵਿਊ ਲਈ ਲਿਖਿਆ ਕੇ ਆਏ ਆ। ਜਿਹੜਾ ਇਹਨਾਂ ਡਿਸੀਜਨ ਲੱਗਾ ਹੈ ਵਨ ਟਾਈਮ ਸੈਟਲਮੈਂਟ ਵਾਲਾ ਪ੍ਰੋ ਰਾਟਾ ਬੇਸਿਸ ਤੇ, ਉਸ ਲਈ ਅਸੀਂ ਰਿਵਿਊ ਲਈ ਲਿਖ ਕੇ ਆਏ ਆ, ਪਰ ਰਿਵਿਊ ਹਾਲੇ ਪੈਂਡਿੰਗ ਹੈ, ਕੁਝ ਹੋਇਆ ਨਵੇਂ ਐਮਐਲਏ ਦੀ ਤਰਫੋਂ ਰਿਵਿਊ ਰਿਵਿਊ ਲੈ ਕੇ ਇੰਡੀਵਿਜੂਅਲ ਮੈਂ ਚਿੱਠੀ ਪਾਈ ਆ, ਉਹਦਾ ਕੋਈ ਜਵਾਬ ਨਹੀਂ ਹੈ, ਕੋਈ ਜਵਾਬ ਕੋਈ ਦਿੰਦਾ ਨਹੀਂ ਹੈ। ਸਾਰੇ ਜਿਹੜੇ ਪਾਈ ਸੀਗੀ ਉਹਦਾ ਵੀ ਕੋਈ ਜਵਾਬ ਨਹੀਂ, ਜਿੰਨੇ ਵੀ ਸਾਡੇ ਲੈਟਰਸ ਹੈ ਉਹ ਅਨਰਿਪਲਾਈਡ ਰਹਿੰਦੇ। ਗਮਾਡਾ ਵੱਲੋਂ ਵੀ ਕੋਈ ਜਵਾਬ ਨਹੀਂ ਦਿੱਤਾ ਜਾਂਦਾ। ਆਰਟੀਆਈ ਪਾਈ ਵੀ ਆ। ਜੇ ਪੇਮੈਂਟ ਨਹੀਂ ਭਰੀ ਜਾਂਦੀ ਹੈ ਤੇ ਗਮਾਡਾ ਵੱਲੋਂ ਕੀ ਐਕਸ਼ਨ? ਗਮਾਡਾ ਰਿਜ਼ਿਊਮ ਕਰੇਗਾ, ਰਿਜ਼ਿਊਮ ਕਰਕੇ ਆਕਸ਼ਨ ਕਰ ਦੇਗਾ, ਆਕਸ਼ਨ ਕਰਦੇ। ਦੈਟਸ ਇਟ। ਜਿਹੜੀ ਪੇਮੈਂਟ ਤੁਸੀਂ ਦੇ ਚੁੱਕੇ ਹੋ ਉਹ ਹੋਵੇ, ਜਿਹੜੀ ਅਸੀਂ ਪੇਮੈਂਟ ਦੇ ਚੁੱਕੇ ਹਾਂ ਉਹ ਵੀ ਨਲਿਟੀ ਹੋ ਗਈ, ਬਿਕੋਜ਼ ਇਹਦੇ ਵਿੱਚ ਕੀ ਹੁੰਦਾ ਹੈ ਹੋ ਗਿਆ ਉਹ ਨਲਿਟੀ ਹੋਈ। ਉਹ ਕਿਸ ਤਰ੍ਹਾਂ ਹੋ ਗਈ? ਕਿਉਂਕਿ ਜਿਹੜੇ ਗਮਾਡਾ ਨੇ ਇੱਕ ਪਲਾਟ ਨੂੰ ਰਿਜ਼ਿਊਮ ਕੀਤਾ ਹੈ, ਫਲੈਟ ਨੂੰ ਰਿਜ਼ਿਊਮ ਨਹੀਂ ਕੀਤਾ। ਇਹਦੇ ਵਿੱਚ ਡਿਫਰੈਂਸ ਹੈ। ਸਾਡੀ ਕੋਆਪਰੇਟਿਵ ਸੁਸਾਇਟੀ ਹੈ, ਉਹਦੇ ਵਿੱਚ ਇੱਕ ਫਲੈਟ ਜ਼ਮੀਨ ਦਿੱਤੀ ਗਈ, ਜ਼ਮੀਨ ਐਜ਼ ਅ ਹੋਲ ਰਿਜ਼ਿਊਮ ਹੋਈ ਹੈ ਤੇ ਐਜ਼ ਅ ਹੋਲ ਹੀ ਰਿਸਟੋਰ ਹੋਈ, ਇੰਡੀਵਿਜੂਅਲੀ ਨਹੀਂ ਹੋ ਸਕਦੀ ਕਿਸੇ ਵੀ ਕਾਸਟ। ਚਲੋ ਵੀ ਪ੍ਰਧਾਨ ਹੈ ਨਹੀਂ, ਇਹਦੇ ਵਿੱਚ ਆਫੀਸ਼ੀਅਲੀ ਕੋਈ ਨਹੀਂ ਹੈ, ਅਨਆਫੀਸ਼ੀਅਲੀ परवा है, परवा ਉਹ ਸਟੂਡੈਂਟ ਕਰੀ ਹੈ। परवा है पंचम रेजिडेंट वेलफेयर एसोसिएशन, पर मैं ਇਸ ਨੂੰ ਦੂਜਾ ਨਾਮ ਦੇਣਾ, ਇਹ ਪੰਚਮ ਨਹੀਂ ਹੈ, ਇਹ ਪੰਗੇਬਾਜ਼ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਹੈ। ਹਰ ਗੱਲ ਚ ਪੰਗੇਬਾਜ਼ ਰਜਿਸਟਰਡ ਹੈ, ਇਹ ਰਜਿਸਟਰਡ ਹੈ, ਸਿਰਫ ਵੈਲਫੇਅਰ ਵਾਸਤੇ ਆ, ਨਾ ਕਿ ਸੁਸਾਇਟੀ ਸਿਰਫ ਵੈਲਫੇਅਰ ਹੈ, वेलफेयर कर सकते हैं। ਵੈਲਫੇਅਰ ਦਾ ਕੋਈ ਵੀ 20 ਬੰਦੇ ਰਜਿਸਟਰ ਕਰਾ ਸਕਦਾ। ਕਿਹਦੇ सर ऐसा है डायरेक्ट सो मेंबर होना, सॉलिड सो मेंबर होना नहीं, वैसे क्या वो 50 लोगों का पैसा आता नहीं, जो इनके पास पैसा आता है नहीं, शुरू से 300 प्रार्थना है कि साडी गल सुनी जावे ਤੇ ਇਸ ਨੂੰ ਬੈਠਿਆ ਜਾਵੇ, ਸਾਡੇ ਰਿਵਿਊ ਕੀਤਾ ਜਾਵੇ। ਮਿਲੀਅਨ ਤੁਸੀਂ ਮੌਜੂਦਾ ਅਸੀਂ ਐਮਐਲਏ ਸਾਹਿਬ ਨੂੰ ਮਿਲ ਕੇ ਆਏ ਹਾਂ, ਅਸੀਂ ਐਮਐਲਏ ਸਾਹਿਬ ਨੂੰ ਮਿਲ ਕੇ ਲੈਟਰ ਦੇ ਕੇ ਆਏ, ਉਹਨਾਂ ਨੇ ਆਪਣੇ ਹੱਥੇ ਲੈਟਰ ਅੱਗੇ ਫਾਰਮ ਦਿੱਤਾ ਸੀਐਮ ਸਾਹਿਬ ਨਹੀਂ, ਉਹਦੇ ਉੱਤੇ ਫਿਰ ਇਹਨਾਂ ਨੇ ਇੱਕ ਹੋਰ ਉਹ ਬਣਾ ਲਈ ਨਾ ਅੰਡਰਟੇਕਿੰਗ, ਉਹ ਫਿਰ ਉਹਨਾਂ ਨੂੰ ਕਨਫਿਊਜ਼ ਕਰਾਏ। सर नाम बताइए। देखिए डीपी सिंह हूँ मेरा नाम, बट इसमें ये है जो आरसीएस है वही एक कॉम्पिटेंट अथॉरिटी है टू आस्क दी कोऑपरेटिव सोसाइटी के उसको कितना मेंबर्स को कितने कितने पेमेंट करने हैं। अभी इसमें 2 टाइप की पेमेंट्स है, एक तो जो प्रिंसिपल और कंस्ट्रक्शन कॉस्ट है और दूसरा है जो गमाडा का ड्यू है। ठीक है, जो परवा वाले कर रहे हैं वो गमाडा में की पेमेंट को क्लियर करके इधर की पेमेंट जो कंस्ट्रक्शन कॉस्ट है उसको नहीं देना चाहते। ठीक है, जहाँ की बाकी लोगों ने जिन्होंने पूरा पेमेंट किया हुआ है ये उनके ऊपर भी गमाडा की कॉस्ट लगाना चाहता है जिन्होंने अपना पूरा पेमेंट कर चुके हैं। ठीक है, पहली बात ये कि गमाडा डायरेक्टली कोऑपरेटिव सोसाइटी से नहीं, कोऑपरेटिव सोसाइटी के मेंबर्स से नहीं ले सकती, बिकॉज कोऑपरेटिव सोसाइटी एक अलग एंटिटी है, मेंबर्स की उसमें अलग से एंटिटी नहीं होती। दे कैन नॉट डायरेक्टली चार्ज फ्रॉम दी इंडिविजुअल मेंबर्स, वो एक कोऑपरेटिव सोसाइटी के हो। और कोऑपरेटिव सोसाइटी का जो टोटल मालिक है वो आरसीएस ही रहेगा और आरसीएस ने ही उन्होंने ड्यूज निकालने हैं, किसके अमाउंट पे, किसके मेंबर पे कितना अमाउंट ड्यू बनता है। और उस अगर वो ड्यू आज भी अगर वो इन्फोर्स होता है, हमारी जो मौजूदा सरकार है उसके साथ भी यही रिक्वेस्ट है कि ये आरसीएस को डायरेक्शन दी जाए कि जो हमारे हर एक इंडिविजुअल मेंबर का जितना बनता है वो आप उसको नोटिस निकालें, सो दैट वो इंडिविजुअली पे करें और उससे हमारा सारा गमाडा का पेमेंट भी खत्म होकर सारा हो जाएगा। इन्होंने पुराने लोगों ने कह के कि ऐसे लोगों को गुमराह करके कि किसी को कोई पेमेंट नहीं देनी पड़ेगी और ये हमारा जो गवर्नमेंट का पैसा था जो नहीं देना पड़ेगा, वो करते 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 अभी मल्टीप्लाई होता जा रहा है, उसके ऊपर इंटरेस्ट लगता जा रहा है। ठीक है, वो छोटे से अमाउंट से लेके बड़ा हो चुका है, 3-3, 4-4 गुना उसका अमाउंट हो चुका है। तो वी आर वांटिंग कि आरसीएस शुड गिव अ नोटिस टू ऑल दी रेजिडेंट्स कि किसके अमाउंट पे कितना जो ड्यू बनता है वो हम सारा पे करें और डायरेक्टली गमाडा को सिर्फ उसका अमाउंट पे करना इज नॉट द सॉल्यूशन। ना वो लीगली टेनेबल है कोर्ट में, तो कोर्ट विल नॉट एक्सेप्ट। नंबर ऑफ फ्लैट्स कितने हैं? 448। इसमें से कितनों ने फुल पेमेंट की कुछ अंदाजा कोई है? सर इसमें 300 डिफॉल्टर्स है, 300 डिफॉल्टर्स है, 148 ने पूरी की जी जी सर, कोई भी पैसा नहीं देना, फुल एंड फाइनल जैसे कोई भी पैसा नहीं देना। ਉਹਨਾਂ ਉੱਤੇ ਗਮਾਡਾ ਦਬਾਅ ਪਾ ਰਹੀ ਕਿ ਹੋਰ ਪੇਮੈਂਟ ਜਮ੍ਹਾਂ ਕਰਾਓ, ਉਹਨਾਂ ਜੇ ਵਨ ਟਾਈਮ ਸੈਟਲਮੈਂਟ ਹੁੰਦਾ ਉਹਨਾਂ ਦੇ ਦਬਾਅ ਪੈ ਰਿਹਾ, ਉਹਦੇ ਵਿੱਚ ਉਹੀ ਪਾਰਟੀ ਬਣ ਰਹੀ ਹੈ, ਜਿਨ੍ਹਾਂ ਦੇ ਪੈਂਡਿੰਗ ਹੈ ਕਿ ਬਸ ਉਹੀ ਪੇ ਕਰਨ ਤੇ जिन्ना बनता है उन्ना करन। गमाडा को तो इन्होंने रिप्रेजेंटेशन दिया है कि आपका जो पैसा है, गमाडा का जो पैसा है, आप वो हमसे इक्वल अमाउंट में सबसे बांट के ले लीजिए, लेकिन वो आना चाहिए सोसाइटी के थ्रू। सोसाइटी में
काफी लोगों ने जो गमाडा का भी ड्यू है वो भी जमा करा रखा है, जिनको नो ड्यूज मिल चुका है सोसाइटी से, आरसीएस से नो ड्यूज मिल चुका है। आपने की हुई है लगती है। हाँ, वो है लिस्ट। और जो नो ड्यूज जिसको मिल चुका है, ये चाहते हैं कि उसके ऊपर भी ये अलग से अमाउंट गमाडा का लेवी हो जाए, और सो दैट जिसको नो ड्यूज मिला है उसके ऊपर भी ये 3 लाख 4 लाख का जो भी एक्स्ट्रा बनता है वो भी देना पड़े, वेयरएज विच इज नॉट फेयर। लेकिन आप इसको किस तरफ देखते हो कि इतना लंबा समय हो गया आप लोगों को लड़ाई लड़ते हुए? वो इसीलिए जो रिलेटेड डिपार्टमेंट है, चाहे आरसीएस है, चाहे गमाडा है, इवन डीसी को भी इन्वॉल्व होना चाहिए इस मामले में, क्यों नहीं इस प्रॉब्लम को दूर की जा रही है? ऐसा क्यों नहीं लगता? क्या इसमें जब भी जो आरसीएस, जो कोर्ट ने भी डिसीजन दिया था, और आरसीएस ही इसका कॉम्पिटेंट अथॉरिटी है कि जिसने अमाउंट बताना है किसको कितना अमाउंट ड्यू है हर मेंबर का, उसने वो निकाल के दिया है। लेकिन ये दे ट्राई टू टेक पॉलिटिकल इंटरवेंशंस और उसमें से अलग से उनको गुमराह करके, बिकॉज वो भी लीडर्स को कुछ बताते हैं जो फैक्चुअल सिचुएशन नहीं है, ठीक है, और जो लीगली टीनेबल भी नहीं है, ठीक है, वो बता के अब जैसे कह रहे हैं कि गमाडा को उसके पैसे दे के हम अपना या सोसाइटी फ्री करा लें, लेकिन दैट इज नॉट द वे इट कैन हैपन, बिकॉज सिर्फ आरसीएस ही जो अमाउंट टोटल निकाल के आरसीएस के थ्रू ही, क्योंकि इन्होंने आरसीएस की लैंड रिज्यूम करी है ना कि इंडिविजुअल की, ठीक है, तो एज एन इंडिविजुअल कोई जाके अपना रजिस्ट्री नहीं करा सकता, और कोऑपरेटिव सोसाइटी में रजिस्ट्री नहीं होती। जिस तरह आप लोग कोर्ट जाने की बात करो, क्या कोर्ट ही रास्ता रह गया आखिरी? मतलब ऐसा नहीं है कि इसको पीछे बैठ के, देखिए, हमारी रिक्वेस्ट यही है विद द पॉलिटिकल लीडरशिप के हमारे को ये आरसीएस को डायरेक्शन दी जाए कि जो लीगली टीनेबल है उसी तरीके से इसके ऊपर एक्शन लिया जाए, वो अपना कार्य करें इसके ऊपर। अगर वो नहीं करेंगे तो हमारे पास और कोई चारा नहीं रहेगा सिवाय कोर्ट जाने के, फिर हम कोर्ट से ऑर्डर लेकर आएंगे। सीएम तक आपने अप्रोच किया सोसाइटी वालों ने? हमने अपने यहाँ पे लोकल एमएलए को रिप्रेजेंटेशंस दिए हैं व्हिच हैज बीन एड्रेस्ड टू द सीएम, ठीक है, और सीएम के ही इज द डी फैक्टो चेयरमैन ऑफ द टोटल दिस थिंग गमाडा का। आरसीएस और गमाडा है तो पंजाब सरकार के। हाँ जी, तो हमने उनको दिया। उन्होंने जो पहले एक बार जो उन्होंने जो पहले प्रीवियस सीएम थे, जिनको लास्ट आखिरी दिन में जाते जाते उन्होंने जो नोट इनको बोला था कि ये करने के लिए, जो कि हाफ इंफॉर्मेशन के साथ उनको ये बोला गया था, लेकिन अब वही चीज हमने उनको दोबारा बताया है सीएम को कि हमारे को आधे मेंबर्स को यहाँ पे पता भी नहीं था कि क्या ऐसा कुछ हुआ है, और उसके ऊपर उन्होंने कोई डिसीजन लिया है, लेकिन हम यही उनको रिव्यू कराना चाहते हैं क्योंकि ये लीगली जो ओके हो डिसीजन वही लिया जाए। सर, जो एमएलए साहब को आपने कब लास्ट किया ये? 3 महीने हो गए। 2 महीने हो गए। आपको लगता है कि यहाँ आधी इंफॉर्मेशन या इतनी बड़ी पोस्ट पे बैठते हैं विधायक हो या सीएम हो, उनको आधी इंफॉर्मेशन को संतुष्ट होगी? आपको लगता है? नहीं, हम ये कह रहे हैं, कौन देखिए, decide कर रहा है जो कि उनके जो यहाँ पे परवा। जो उनको पहले जो जिन्होंने मिस इन्फॉर्मेशन था वो परवा की तरफ से जो इन्फॉर्मेशन गया है विच इज हाफ बेक्ड परवा इन्फॉर्मेशन, में कितने मेंबर हैं? वी डू नॉट नो, बट वो क्या है कि ऐसा कोई 50 के करीब है। तो 300 बंदे की बात नहीं सुन रहे हो, 50 की सुन रहे हैं विधायक। वो कह रहे थे हम 300 हैं, साइन दे आते हैं वो साइन फर्जी साइन करके देते हैं। वो हमें नहीं, वो सोसाइटी को करते पता हैं ही नहीं नहीं करते, लगता। फर्जी का हमें नहीं मालूम, इस बार हमें नहीं लेके पता। दिए हैं 300। डिपार्टमेंट ने कहा हुआ है एफआईआर लॉस करो। बता दो वो तो बताओ। नहीं, देखिए ऐसा है, कोई कार्रवाई नहीं। देखिए मैं बताता हूँ, इससे पहले जब कांग्रेस सरकार थी, ठीक है, कांग्रेस सरकार थी, तब इन्होंने ये कांग्रेस के जो ये थे एमसी थे, तो उन्होंने इनके साथ करके उनको बताया कि जो भी उन्होंने इन्फॉर्मेशन दी, जिसके हिसाब से लीडरशिप ने, कांग्रेस के लीडर्स ने जो डिसीजन दिया होगा कि गमाडा को कि आप इस तरह से आप एक्सप्लोर के अगर आप इसको मतलब इंडिविजुअल पर्सन से ले सकते हैं, लेकिन ये लीगली टीनेबल नहीं है। देयर आर सर्टेन लॉज एंड ऑन दी कोऑपरेटिव सोसाइटी की कोऑपरेटिव सोसाइटी में इंडिविजुअल पर्सन की कोई अहमियत नहीं होती कि वो अपने आप जाके अपने आप इंडिविजुअलिटी नहीं होती कि वो अपने आप जाके अपना वो देख कर आ जाए, वो कोऑपरेटिव सोसाइटी के थ्रू ही करना होता है। आरसीएस ही डिमांड निकालता है, कोऑपरेटिव सोसाइटी के अकाउंट से ही वो पैसा जाता है और उसी अकाउंट में पैसा आता है, ठीक है। तो हम अभी जो हमने एमएलए साहब को, जो अभी करंट एमएलए हैं, उनको हमने पूरी सिचुएशन बताई और कि सर ये सिचुएशन है और लीगली ये इसका फ्रेमवर्क के अंदर आता है, लीगल फ्रेमवर्क में ये आता है, उसके अकॉर्डिंगली हमने उनको रिप्रेजेंटेशन दी है और उसके हिसाब से उन्होंने ऊपर सीएम साहब को भी रिव्यू के लिए चिट्ठी लिखी थी, जिसका आई थिंक रिव्यू हो रहा है। और वी आर वांटिंग कि सिर्फ जो भी लीगल है, लीगल वे से ऐड किया जाए और जो जस्टिस है वो सबके साथ हो, जिसका जितना ड्यू बनता है उसको उतना देना पड़े। कितना अल्टीमेटम